बिस्मिल्लाहिर्रहमानिर्रहीम। मोहम्मद सरफराज दोस्तों की खिदमत च हाज़र। मेरे नाल ने जनाब फयाज साहब जिहड़े आ जिमींदार ने, अंबां दे बागां वाले ने और उहदे नाल उस्ताद ने, प्रिंसीपल ने हायर सेकेंडरी स्कूल दे। नाल ने जनाब फैसलुर रहमान चौहान साहब भी जिमींदार भी ने और जिमींदारां दे मददगार ने। नाल एक छोटा जिहा मुंडा नज़र आ रहा चौधरी नफीस अहमद साहब। असी नफीस साहब दे बाग दे विच खड़े जी, इन्हां दे फार्म च खड़े हैं। माशाअल्लाह इन्हां दे कई किस्म दे बागात आ ते अंबां दा भी आ। हुण गल करदे असी अंबां दे बारे च ते चौहान साहब तो ही पुछ लैने। चौहान साहब अस्सलाम वालेकुम जी। जी वालेकुम अस्सलाम। चौहान साहब दसो अंबां दी देखभाल दे बारे दसो। अंबां दी देखभाल दे सर 3 मेजर डिस्ट्रिक्ट ने जी। हैदराबाद और उहदे नाल एडजॉइंट दी जिला सिंध दे एरिया दे विच। पंजाब दे विच ये पहला जिला रहीम यार खान जी और दूसरा मुल्तान जी। और सिट्रस की तरह ये भी एक बड़ी मेजर एक्सपोर्ट है पाकिस्तान की जी और ये पैक हाउस मुल्तान, लाहौर और कराची जी 3 जगह ते दस्तयाब है जी। ते पिछले कुछ सालों दे विच आम रिवायती वैरायटियां जी चौंसा ते सिंधड़ी जी ਉਹਦੇ ਇਲਾਵਾ ਕੋਈ ਰਿਪਲੇਸਮੈਂਟ ਦੇ ਵਿੱਚ ਇਹ ਰੱਟੇ ਵਾਲਾ जी ਔਰ ਨਿਊ ਸਿੰਦੜੀ ਇਹਨਾਂ ਦੋਨਾਂ ਨੇ ਉਹਦੀ ਰਿਪਲੇਸਮੈਂਟ ਚਨਾਬ ਗੋਲਡ जी ਤੇ ਪਿੱਛੇ ਸੀਗਾ ਸਫੈਦ ਔਰ ਕਾਲਾ ਲੇਟ जी ਉਹ ਦੋਨੋਂ ਵੀ ਬੜੇ ਅੱਛੇ ਚੱਲਦੇ ਰਹੇ ਆ जी ਤੇ ਇਸ ਤਰ੍ਹਾਂ ਸਕੋਪ ਇਹਦੇ ਵਿੱਚ ਮੌਜੂਦ ਹੈ ਪ੍ਰੋਡਕਸ਼ਨ ਦੇ ਹਿਸਾਬ ਦੇ ਨਾਲ ਵੀ, ਮਾਰਕੀਟ ਸੇਲ ਦੇ ਹਿਸਾਬ ਦੇ ਨਾਲ ਵੀ। ਬਗਾਤ ਜਿਨ੍ਹਾਂ ਲੋਗों को ਲੱਗੇ ਆ ਬਹੁਤ ਮੁਤਮਿਨ ਆ अच्छा जी जी ਇੱਕ ਤਾਂ ਇਹ ਹੈ ਕਿ ਪੂਰਾ ਸਾਲ ਜਿਹੜਾ ਹੈ ਉਹ ਤੁਹਾਨੂੰ ਭੱਜ ਨਸ ਨਹੀਂ ਕਰਨੀ ਪੈਂਦੀ जी ਔਰ ਇਹਦਾ ਯਾਨੀ ਸ਼ਾਰਟ ਟਾਈਮ ਹੈ ਇਹ ਫਰਵਰੀ ਦੇ ਮਿਡ ਤੋਂ ਮਾਰਚ ਦੇ ਦਰਮਿਆਨ ਤੱਕ जी ਇਹ ਬੂਰ ਕੱਢਦਾ जी ਤੇ ਜੂਨ ਔਰ ਮਈ, ਜੂਨ ਔਰ ਜੁਲਾਈ ਇਹ 3 ਮਹੀਨੇ ਦੇ ਵਿੱਚ ਇਹਦੀ ਪਟਾਈ ਚੱਲਦੀ ਹੈ। ਜੀ। ਇਹ ਇੰਤਹਾਈ ਸ਼ਾਰਟ ਟਾਈਮ ਦੇ ਵਿੱਚ ਤੁਸੀਂ ਅੱਛੀ ਜਿਹੜਾ ਹੈ ਉਹ ਕ੍ਰਾਪ ਹਾਸਲ ਕਰ ਸਕਦੇ ਹੋ। जी ਮੈਨੇਜਮੈਂਟ ਇਹਨਾਂ ਦੀ ਇਹੀ ਹੈ, ਸਰਦੀਆਂ ਦੇ ਵਿੱਚ ਇਹਨਾਂ ਨੂੰ 4 ਤੋਂ 8 ਘੰਟੇ ਦਾ ਕੋਰਾ ਚਾਹੀਦਾ। कोरा चाहिए जी। ਕੋਰਾ ਚਾਹੀਦਾ ਜੀ। लोग कहते कोरे तो बचाना चाहिए। ਗਵਰਨਮੈਂਟ ਕਰਨ ਵਾਸਤੇ ਜ਼ਰੂਰੀ ਹੈ। ਛੋਟੇ ਪਲਾਂਟਸ ਬਚਾਉਣੇ ਚਾਹੀਦੇ 4 ਤੋਂ 5 ਸਾਲ ਦੇ हाँ जी ਤੇ ਉਹਦੇ ਬਾਅਦ ਕੋਰਾ ਇਹਨਾਂ ਨੂੰ ਫਾਇਦਾ ਦਿੰਦਾ, ਇਹਨਾਂ ਦੀ ਪੋਟ ਦੇ ਵਿੱਚ, ਇਹਨਾਂ ਦੇ ਸਿੱਟੇ ਦੇ ਵਿੱਚ, ਇਹਨਾਂ ਦੇ ਫਰੂਟ ਬਣਾਉਣ ਦੇ ਵਿੱਚ जी ਔਰ ਇਹਨਾਂ ਦੀ ਯਾਨੀ ਵੈਜੀਟੇਟਿਵ ਗਰੋਥ ਨੂੰ ਉਹ ਆਟੋਮੈਟਿਕਲੀ ਜਿਹੜਾ ਹੈ ਉਹ ਪ੍ਰੋਡਕਟਿਵ ਗਰੋਥ ਵਾਲੇ ਪਾਸੇ ਤਬਦੀਲ ਕਰਦਾ जी ਔਰ ਕਿਸੇ ਕਿਸਮ ਦੀ ਇਹਨਾਂ ਨੂੰ ਨੈਚੁਰਲੀ ਛੇੜਛਾੜ ਦੀ ਜ਼ਰੂਰਤ ਨਹੀਂ। ਅਗਰ ਬਹੁਤ ਸਟ੍ਰੈਸਿਵ ਪਲਾਂਟ ਆ, ਇਨ ਟਾਈਮ ਤੁਸੀਂ ਫਰਟੀਲਾਈਜ਼ਰ ਨਹੀਂ ਦੇ ਸਕੇ, ਠੀਕ ਟਾਈਮ ਤੇ ਪਾਣੀ ਨਹੀਂ ਲਾ ਸਕੇ हाँ जी ਔਰ ਕੋਈ ਬਾਰਿਸ਼ਾਂ ਦਾ ਪੂਰਨਮ ਮੌਸਮ ਰਿਹਾ ਜਿਹਦੀ ਵਜ੍ਹਾ ਤੋਂ ਪੌਦਾ ਡਾਰਮੈਂਟ ਨਹੀਂ ਹੋਇਆ ਤੁਹਾਡਾ, जी ਤੇ ਫਿਰ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਉਹਨੂੰ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਤੇ ਜ਼ਿੰਕ जी ਇਹ 2 ਐਲੀਮੈਂਟ ਹੀ ਅਗਰ ਅਵੇਲੇਬਲ ਕਰਾ ਦਿਓ ਤਾਂ ਪਲਾਂਟ ਤੁਹਾਡਾ ਫਰੂਟਿੰਗ ਤੇ ਆ ਜਾਂਦਾ। ठीक है जी ਤੇ 2 ਟਾਈਮ ਜਾਂ 3 ਟਾਈਮ ਫਰਟੀਲਾਈਜ਼ਰ ਜ਼ਰੂਰਤ ਹੈ ਫਾਸਫੋਰਸ ਦੀ। जी ਇੱਕ ਦਫਾ ਨਾਈਟ੍ਰੋਜਨ ਚਾਹੀਦੀ ਹੈ। ਨਾਈਟ੍ਰੋਜਨ ਇੱਥੇ ਸਪਰਾਊਟਿੰਗ ਦੇ ਟਾਈਮ ਤੇ ਜ਼ਿਆਦਾ ਬਿਹਤਰ ਕੰਮ ਕਰਦੀ ਹੈ। ਪਾਊਡਰੀ ਦੇ ਖਿਲਾਫ ਵੀ ਮੁਦਾਫਿਅਤ ਦਿੰਦੀ ਹੈ ਪੌਦੇ जी ਨੂੰ। जी ਪਾਊਡਰੀ ਮਿਲਡੀਓ ਜਿੱਥੇ ਨਾਈਟ੍ਰੋਜਨ ਵਗੈਰਾ ਪ੍ਰੋਟੀਨ ਪੂਰੀ ਹੈ ਪਲਾਂਟ ਦੇ ਵਿੱਚ, जी ਉੱਥੇ ਪਾਊਡਰੀ ਮਿਲਡੀਓ ਅਸਰ ਅੰਦਾਜ਼ ਨਹੀਂ ਹੁੰਦੀ। जी ਇਸ ਤੋਂ ਬਾਅਦ ਇਹਦੀ ਭਰਾਈ ਦਾ ਟਾਈਮ ਆਉਂਦਾ, ਉੱਥੇ ਪੋਟਾਸ਼ੀਅਮ ਮੈਨੂੰ ਚਾਹੀਦੀ ਹੈ ਜ਼ਰੂਰਤ। जी ਅੰਬ ਦੀ ਭਰਾਈ ਦੇ ਟਾਈਮ ਤੇ ਪਾਣੀ ਦਾ ਬਹੁਤ ਕਿਰਦਾਰ ਆ। 8 ਤੋਂ 10 ਦਿਨਾਂ ਦੇ ਵਿੱਚ ਇੱਕ ਦਫਾ ਲਾਜ਼ਮੀ ਚਾਹੀਦਾ जी ਤੇ ਲੇਕਿਨ ਪਟਾਈ ਤੋਂ ਬਾਅਦ ਤੋਂ ਲਾ ਕੇ ਅਗਲੇ ਫਲ ਦੀ ਤਿਆਰੀ ਤੱਕ ਨਿਸਬਤਨ ਪਾਣੀ ਘੱਟ ਚਾਹੀਦਾ ਔਰ 20 ਤੋਂ 25 ਦਿਨ ਦਾ ਉਹਦਾ ਗੈਪ ਹੋਵੇ ਜਾਂ ਮਹੀਨਾਵਾਰ ਅਗਰ ਗੈਪ ਹੋਵੇ। वो केड़े महीने हुंदे जी? ਯਾਨੀ ਫਲ ਤੋੜਨ ਤੋਂ ਬਾਅਦ ਜਿਹੜੇ ਅਗਲੇ ਮਹੀਨੇ ਆ 3 ਅਕਤੂਬਰ 10 ਅਕਤੂਬਰ ਤੱਕ हाँ जी ਉੱਥੇ ਪਾਣੀ ਬਦਸਤੂਰ ਘਟਾਉਣਾ अच्छा जी ਪੌਦੇ ਦਾ 15 ਤੋਂ 20 ਦਿਨਾਂ ਤੋਂ ਲੈ ਜਾਓ ਜਾਂ ਮਹੀਨੇ ਤੋਂ ਲੈ ਜਾਓ, जी ਉਹ ਜ਼ਿਆਦਾ ਬਿਹਤਰ ਹੈ। जी ਪੌਦੇ ਦੀ ਹੈਲਥ ਦੇ ਮੁਤਾਬਿਕ ਉੱਥੇ ਸਿਲੈਕਸ਼ਨ ਕਰਨੀ ਪੈਂਦੀ ਹੈ। 8ਵੇਂ ਦਿਨ ਦਾ ਪਾਣੀ ਸਿਰਫ ਉਦੋਂ ਚਾਹੀਦਾ ਜਦੋਂ ਫਲ ਹੋਵੇ, जी ਅਦਰਵਾਈਜ਼ ਨਹੀਂ। जी ਤੇ ਕੋਰੇ ਵਗੈਰਾ ਦਾ ਸ਼ਦੀਦ ਜਿੱਥੇ ਅਟੈਕ ਹੈ, ਜਿੱਥੇ ਪੌਦੇ ਦੇ ਸੜਨ ਦਾ, ਡੈਮੇਜ ਜਾਣ ਦਾ, ਫਰੀਜ਼ਿੰਗ ਤੇ ਚਲਾ ਗਿਆ -2, 3, 4, 7 ਸੈਂਟੀਗ੍ਰੇਡ ਤੱਕ ਜਿਨ੍ਹਾਂ ਏਰੀਆ ਦੇ ਵਿੱਚ, हाँ जी ਉੱਥੇ ਇਹਨੂੰ ਨਵੰਬਰ ਔਰ ਦਸੰਬਰ ਦੇ ਵਿੱਚ ਪਾਣੀ ਲਾਉਣਾ ਜ਼ਰੂਰੀ ਆ। ठीक है जी ਧੂਆਂ ਵੀ ਕਰਨਾ ਚਾਹੀਦਾ ਉੱਥੇ, ठीक है जी ਢੇਰੀਆਂ ਲਾ ਕੇ। ठीक है जी ਖੁਸ਼ਕ ਗੋਬਰ ਆ, ਖੁਸ਼ਕ ਪੱਤੇ ਆ, जी ਉਹ ਰਾਤ ਨੂੰ ਬਾਲ ਲੈਣਾ ਚਾਹੀਦੇ ਤਾਂ ਕਿ ਧੂਆਂ ਛੂਆਂ ਚੱਲਦਾ ਰਹੇ। जी ਤੇ ਉੱਥੇ ਕੋਈ ਸਪਰੇਅ ਵਗੈਰਾ ਨਾਲ ਵੀ ਮਦਦ ਲੈਣੀ ਚਾਹੀਦੀ ਹੈ ਲਾਜ਼ਮੀ। ਇਹ ਸਾਡੇ ਏਰੀਆ ਉਸ ਵਾਸਤੇ ਨਹੀਂ ਹੈ, ਨਾ ਇਹ ਨਾ ਮੁਲਤਾਨ, जी ਦੋਨੋਂ ਨਹੀਂ। ਸਿੰਧ ਤਾਂ ਵੈਸੇ ਹੀ ਉੱਥੇ ਮੌਸਮ ਜਿਹੜਾ ਹੈ ਉਹ ਟ੍ਰੋਪੀਕਲ ਜ਼ੋਨ ਦੇ ਤਕਰੀਬਨ ਮੁਤਾਬਿਕ ਹੈ। जी ਯਾਨੀ ਇੰਡੋਨੇਸ਼ੀਆ, ਮਲੇਸ਼ੀਆ, ਫਿਲਪਾਈਨ ਨਾਲ ਮਿਲਦਾ ਜੁਲਦਾ ਮੌਸਮ ਹੈ ਸਿੰਧ ਦੇ ਲੋਅਰ ਏਰੀਆ ਦੇ ਵਿੱਚ। जी
ਤੇ ਉੱਥੇ ਤਰਤੀਬ ਵੀ ਥੋੜੀ ਮੁਖਤਲਿਫ ਹੈ। 1 ਮਹੀਨਾ ਐਡਵਾਂਸ ਆ ਜਾਂਦਾ ਸਾਡੇ ਕੋਲ, ਫਲ ਵੀ ਹਾਰਵੈਸਟਿੰਗ ਵੀ 1 ਮਹੀਨਾ ਐਡਵਾਂਸ ਹੈ ਜੀ ਤੇ ਡੋਰਮੈਂਟ ਕਰਾਉਣ ਵਾਸਤੇ ਉੱਥੇ ਪਾਣੀ ਜ਼ਿਆਦਾ ਅਰਸੇ ਤੱਕ ਬੰਦ ਕਰਨਾ ਪੈਂਦਾ। ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਇਹ 3-4 ਮਹੀਨੇ ਮੁਸਤਕਿਲ ਬੰਦ। ਜੀ ਇੱਥੇ ਵੀ ਪ੍ਰੈਕਟਿਸ ਕਰਦੇ ਲੋਕ, ਅਕਤੂਬਰ ਤੋਂ ਤਕਰੀਬਨ ਬੰਦ ਕਰ ਲੈਂਦੇ ਆ। ਜੀ ਤੇ ਦੂਸਰਾ ਪਾਣੀ ਇਹ ਜਾ ਕੇ ਹੁਣ ਲੱਗੇਗਾ ਇਹਨੂੰ ਦਾਣੇ ਬਣਨ ਦੇ ਉੱਤੇ। ਜੀ ਇੱਥੇ ਪੋਟਾਸ਼ੀਅਮ ਦੀ ਜ਼ਰੂਰਤ ਪੈਣੀ ਇਹਨੂੰ, ਉਹ ਲਾਜ਼ਮੀ ਦੇਣ। ਜੀ ਦਾਣਾ ਬਣਨ ਤੋਂ ਬਾਅਦ ਪਾਣੀ ਦੀ ਕਮੀ ਨਾ ਦੇਣ। ਜੀ ਅੱਛਾ, ਮਿਜ, ਗਾਲਜ਼, ਸਕੇਲਜ਼, ਹਾਪਰਜ਼, ਉਹਨਾਂ ਦਾ ਵੀ ਤਦਾਰਕ ਵਾਸਤੇ ਦਾਣਾ ਬਣਨ ਤੋਂ ਬਾਅਦ ਹੀ ਕੋਈ ਬੰਦਾ ਅਗਰ ਚਾਹੇ ਤਾਂ ਸਪਰੇਅ ਕਰੇ। ਜੀ ਪਾਊਡਰੀ ਜਿੱਥੇ ਆ ਜਾਂਦੀ ਹੈ ਉਹਦਾ ਆਉਣ ਤੋਂ ਬਾਅਦ ਕੋਈ ਇਲਾਜ ਨਹੀਂ। ਪਾਊਡਰੀ ਦੇਖ ਕੇ ਕੋਈ ਦੋਸਤ ਭੱਜ ਪੈਂਦੇ ਦੁਕਾਨਾਂ ਤੇ ਦਵਾਈਆਂ ਸ਼ਵਾਈਆਂ ਲੈਣ ਵਾਸਤੇ, ਹਾਂਜੀ ਉਦੋਂ ਆ ਕੇ ਚਲੀ ਜਾਂਦੀ। ਇਹਦਾ ਸਿਰਫ ਇੱਕੋ ਹੀ ਟਾਈਮ ਹੈ 23 ਸੈਂਟੀਗ੍ਰੇਡ, ਜਿਹੜੀ ਡੇ ਟਾਈਮ ਦੇ ਵਿੱਚ ਅਵੇਲੇਬਲ ਹੋ ਗਿਆ ਉਸ ਪੀਸ ਨੂੰ ਉਹਨੇ ਮੁਤਾਸਰ ਕਰਨਾ, ਉਸ ਤੋਂ ਅੱਗੇ ਪਿੱਛੇ ਨਹੀਂ ਜਾਣਾ। ਠੀਕ ਹੈ ਇਸ ਤੋਂ ਟੈਂਪਰੇਚਰ 1 ਸੈਂਟੀ ਉੱਤੇ ਹੈ, ਥੱਲੇ ਆ, ਜੀ। ਕੋਈ ਡੇਂਜਰ ਲਾਈਨ ਨਹੀਂ ਹੈ। ਠੀਕ ਹੈ ਜੀ ਇਸ ਲਈ ਉਹਦੇ ਸਪਰੇਅ ਵਾਸਤੇ ਵੀ ਜ਼ਿਆਦਾ ਨੱਸਣ ਭੱਜਣ ਦੀ ਜ਼ਰੂਰਤ ਨਹੀਂ ਹੈ। ਜੀ ਅਸੀਂ ਤਾਂ ਤੁਰਦੇ ਉਦੋਂ ਆ ਨਾ ਕਿ ਜਦੋਂ ਨਜ਼ਰ ਆ ਜਾਂਦੀ ਆ ਫਿਰ ਨੱਠ ਪਈਦਾ, ਉਹ ਕੰਮ ਤਾਂ ਆਪਣਾ ਕਰ ਗਏ, ਉਸ ਵੇਲੇ ਕੰਮ ਹੋ ਗਿਆ ਹੁੰਦਾ। ਹੋ ਗਿਆ ਹੁੰਦਾ। ਹਾਂਜੀ, ਇਹਦਾ ਮਤਲਬ ਇਹਤਿਆਤੀ ਤਦਾਬੀਰ ਅਖਤਿਆਰ ਕਰਨੀਆਂ ਚਾਹੀਦੀਆਂ। ਟੈਂਪਰੇਚਰ ਨੂੰ ਜ਼ੇਰੇ ਗੌਰ ਰੱਖੋ, ਜੀ। ਟੈਂਪਰੇਚਰ ਨੂੰ ਜ਼ੇਰੇ ਗੌਰ ਰੱਖ ਕੇ ਤੇ ਫਿਰ ਆ ਕਿੰਨਾ ਟੈਂਪਰੇਚਰ ਹੋਵੇ ਤਾਂ ਸਪਰੇਅ ਕਰਨੀ ਚਾਹੀਦੀ ਜੀ? ਨਹੀਂ, ਬਿਮਾਰੀ ਆਉਣ ਦਾ ਟੈਂਪਰੇਚਰ ਟੈਂਪਰੇਚਰ ਹੈ, ਬਿਮਾਰੀ ਆਉਣ ਦਾ। ਅਗਰ ਤੁਹਾਡਾ 23 ਜਾਂ 24 ਟੈਂਪਰੇਚਰ ਡੇ ਟਾਈਮ ਚਲਾ ਗਿਆ ਨਾ ਜੀ, ਹਾਂਜੀ ਫਿਰ ਇਹਨੂੰ ਪਾਊਡਰੀ ਲੱਗਦੀ ਆ। ਆ ਪੂਰ ਜਿਹੜਾ ਨਾ ਜੀ, ਜਿਹੜਾ ਆਹ ਹਾਂਜੀ ਇਹ ਇਦਾਂ ਹੋਇਆ ਨਾ ਜਿਵੇਂ ਆਟਾ ਵਾ, ਅੱਗ ਲੱਗੀ ਜਿਵੇਂ ਹਾਂਜੀ ਕਾਲਾ ਹੋ ਕੇ ਨਾ ਹੋ ਜਾਂਦਾ ਜੀ, ਉਹ ਬਟੂਰ ਜਿਹਾ ਬਣ ਜਾਂਦਾ। ਹਾਂਜੀ। ਹਾਂਜੀ ਉਹਨੂੰ ਕਹਿੰਦੇ ਆਪਾਂ ਪਾਊਡਰੀ ਮਿਲੀ। ਠੀਕ ਹੈ ਜੀ। ਉਹਦੇ ਵਾਸਤੇ ਫਿਰ ਇਹ ਆ ਵੀ ਉਹ ਉਸ ਕੰਡੀਸ਼ਨ 'ਚ ਜਾਣ ਤੋਂ ਪਹਿਲੇ ਤੁਸੀਂ ਸਪਰੇਅ ਕਰ ਲਓ। ਕੈਪਟਨ ਫੰਜੀਸਾਈਡ ਕੋਈ ਵੀ ਪ੍ਰੋਫੈਸਰ ਸਾਹਿਬ ਸਹੀ ਤੁਹਾਡੀ ਰਹਿਨੁਮਾਈ ਕਰਨਗੇ, ਹਾਂਜੀ ਉਹ ਬਿਹਤਰ ਆ। ਜਦੋਂ ਉਹ ਬਿਮਾਰੀ ਆ ਗਈ, ਲੱਗ ਗਈ, ਫਿਰ ਉਹਦਾ ਕੁਝ ਨਹੀਂ ਹੋ ਸਕਦਾ, ਉਹ ਪੈਸੇ ਜ਼ਾਇਆ ਕਰਨ ਵਾਲਾ ਗੱਲ ਵਾ। ਅੱਛਾ, ਇਹ ਸੈਲਫ ਪੋਲੀਨੇਟਡ ਪਲਾਂਟ ਨਹੀਂ, ਅੱਛਾ ਜੀ। ਇਹਨੂੰ ਪੋਲੀਨੇਸ਼ਨ ਬਕਾਇਦਾ ਚਾਹੀਦੀ ਹੈ। ਹਾਂਜੀ ਲੇਕਿਨ ਫੇਵਰ ਇਹਦੀ ਹੈ, ਇਹਦੇ ਇੱਕ ਜਿਹੜਾ ਸਿੱਟਾ ਨਿਕਲਦਾ ਹਾਂਜੀ ਉਹਦੇ ਵਿੱਚ 10,000 ਤੱਕ ਫੁੱਲ ਹੋ ਸਕਦੇ ਆ। ਅੱਛਾ ਜੀ। ਉਹ ਤਰਤੀਬ ਨਾਲ ਖੁੱਲਦੇ ਆ। ਅੱਜ ਜਿਹੜੇ ਖੁੱਲੇ ਆ ਉਹ ਸਵੇਰ ਪੈਕ ਹੋਣੇ ਆ ਜੀ ਤੇ ਉਸ ਤੋਂ ਅਗਲੇ ਦਿਨ ਜਿਹੜੇ ਖੁੱਲਣਗੇ ਉਹ ਉਸ ਤੋਂ ਅਗਲੇ ਦਿਨ ਪੈਕ ਹੋਣਗੇ। ਜੀ ਯਾਨੀ ਅਗਰ ਸਪਰੇਅ ਇਹਦੇ ਤੇ ਕਰ ਵੀ ਲਿਆ ਜਾਏ ਕਿਸੇ ਚੀਜ਼ ਦਾ ਦਫਾਈ ਦਾ, ਹਾਂਜੀ ਇਹਦੇ ਪੋਲਨ ਜਾਂ ਸਪੋਰ ਜਲਣ ਦਾ ਖਤਰਾ ਨਹੀਂ। ਜੀ ਲੇਕਿਨ ਫਿਰ ਵੀ ਜਿਹੜੇ ਪੋਲੀਨੇਟਰ ਨੇ ਨੇਚਰ ਦੇ, ਉਹਨਾਂ ਨੂੰ ਮਹਿਫੂਜ਼ ਰੱਖਣਾ ਜ਼ਰੂਰੀ ਆ। ਠੀਕ ਹੈ ਜੀ। ਉਹ ਇਸ ਟਾਈਮ ਜ਼ਿਆਦਾ ਅਟਰੈਕਟ ਹੋ ਕੇ ਆਉਂਦੇ ਬਾਗਾਂ ਦੇ, ਜਦੋਂ ਫੁੱਲ ਇਹਨਾਂ ਦੇ ਖੁੱਲੇ ਹੁੰਦੇ ਆ, ਜੀ ਉਹਨਾਂ ਦੇ ਮਰਨ ਦੇ ਚਾਂਸ ਜ਼ਿਆਦਾ ਹੁੰਦੇ ਆ। ਜੀ ਇਸ ਵਜ੍ਹਾ ਤੋਂ ਇਹਦੇ ਤੇ ਵੀ ਸਪਰੇਅ ਮਨਾ ਕੀਤੀ ਜਾਂਦੀ ਹੈ ਕਿ ਨੇਚਰ ਜਿਹੜਾ ਹੈ ਉਹਨੂੰ ਨਾ ਛੇੜੇ। ਉਹਨੂੰ ਨਾ ਡਿਸਟਰਬ ਕੀਤਾ ਜਾਏ। ਠੀਕ ਸ਼ਾਇਦ ਹੈ ਮੱਖੀ ਵਗੈਰਾ ਹੁਣ ਇਹ ਸਰੋਂ ਤੋਂ ਸ਼ਿਫਟ ਹੋਏਗੀ ਇਹਦੇ ਉੱਤੇ, ਜੀ। ਅੰਬ ਤੇ, ਹਾਂਜੀ ਤੇ ਅੰਬ ਤੇ ਨਾਲ ਸਿਟਰਸ ਤੇ ਸ਼ਿਫਟ ਹੋਏਗੀ। ਹਾਂਜੀ ਤੇ ਇਸ ਲਈ ਜਿੰਨੇ ਤੱਕ ਇਹਨਾਂ ਦੇ ਫੁੱਲ ਮੌਜੂਦ ਆ ਉਹਨੇ ਤੱਕ ਇਹਨੂੰ ਛੇੜਛਾੜ ਨਾ ਕੀਤੀ ਜਾਏ ਤਾਂ ਬਿਹਤਰ ਹੈ। ਠੀਕ ਹੈ ਜੀ। ਨੁਕਸਾਨ ਦਾ ਅੰਦੇਸ਼ਾ ਨਹੀਂ, ਫਲ ਬਣੇਗਾ ਜ਼ਰੂਰ ਜੀ, ਬਣੇਗਾ, ਠੀਕ। ਲੇਕਿਨ ਪੋਲੀਨੇਟਰ ਜਿਹੜਾ ਉਹ ਡਿਸਟਰਬ ਹੋ ਜਾਏਗਾ। ਠੀਕ ਹੈ ਜੀ। ਚੌਹਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਬਹੁਤ ਅੱਛੀਆਂ ਗੱਲਾਂ ਦੱਸੀਆਂ। ਫਿਆਜ਼ ਸਾਹਿਬ ਤੁਸੀਂ ਇਹ ਦੱਸੋ, ਤੁਸੀਂ ਜਿਹੜੇ ਬਾਗ ਆ ਉਹਦੇ 'ਚ ਕਿੰਨੇ ਪੌਦੇ ਲਾਏ ਆ? जी सर, मैंने वैसे तो इस पर जो है ना बहुत सारे काम आजकल चल रहे हैं। हाँ जी। शुरू में जो वालिद साहब थे, बाकी जो है इस तरह से लगाते थे लोग, हाँ जी। उसमें 25 प्लांट लगाते थे। हाँ जी। अब ये सिस्टम चल रहा है कि जी हम मुल्तान के अंदर मिर्जा तारिक साहब ने 1300 प्लांट लगाए हुए हैं जी 1 एकड़ के अंदर। जी। 1300 प्लांट लगाए हुए हैं। हाँ जी। और मैंने भी कोशिश की थी कि जो है ना इसको जो है ना कुछ हाई डेंसिटी पर हाँ लेके जी। जाऊँ। हाँ जी। मैंने अपने घर के साथ ही जो है ना तो एक 4 कनाल के अंदर जी सिस्टम ये थोड़ा सा बनाया था, जी। उसमें मैंने 150 प्लांट लगाए थे। 150 4 कनाल में 300 150 एकड़ में प्लांट मैंने अब भी लगाए हुए हैं, मौजूद हैं। कितना और अरसा हो इनको गया? 3 साल हो चुके हैं जी और ये तकरीबन अब उन्होंने फ्लावरिंग इस दफ़ा उन्होंने की हुई है। जी 2 साल जो फ्लावरिंग की थी, 1 साल छोड़ के दूसरे साल फ्लावरिंग स्टार्ट की थी, जी। उसको मैंने जो है ना उसको ख़त्म कर दिया था, तोड़ दिया था जी। कि भाई इनके जो है ना स्ट्रक्चर जो है ना वो हाँ जी। इम्प्रूव हो जाए। अब इस दफ़ा जो है उन्होंने फ्लावरिंग भी की हुई है और इंशाल्लाह फ्रूटिंग भी करेंगे ठीक है और इनसे फ्रूटिंग लेंगे। जी और कोशिश है कि इससे भी ज़्यादा, इसकी वजह यह है कि हम उससे क्वालिटी की तरफ जा रहे हैं कि अगर हम उसके कद, इस तरह की हाइट उनको मेंटेन करते हैं, मैनेज कर सकते हैं जी कि भी इनका हाइट जो है ना ज़्यादा ना बढ़े, फ्रूट हमारा डैमेज ना हो, इसको हम हैंड पिकिंग कर सकते हैं। भी आप देखो इतने बड़े बड़े पौधे ਨੂੰ मैनेज करना बनिस्बत हाई डेंसिटी पे। जो पुराने हमारे बागात हैं उनकी हाइट जो है वो 50 फीट प्लस की है,
जी। और उससे भी ज़्यादा के हैं कुछ प्लांट्स। हाँ जी। तो ये जो है ये तकरीबन 8 फुट और 9 फीट और 7.5 फीट की रेंज के अंदर हमने रखने हैं। तो उस पे जो है ना हमने काम करना है कि जी इस तरह अगर हम मैनेज कर लेते हैं जी। इन प्लांट्स का स्ट्रक्चर, इनको कंट्रोल कर लेते हैं इसके स्ट्रक्चर को, हाँ जी। तो फिर हमारे लिए अच्छा होगा कि भी हम इसको जो है ना जी, सही तरीके से कर सकते ਫਿਆਜ਼ ਸਾਹਿਬ ਬਹੁਤ ਸ਼ੁਕਰੀਆ, ਅੱਲਾਹ ਤੁਹਾਨੂੰ ਕਾਮਯਾਬ ਕਰੇ। ਲੇਕਿਨ ਉਹ ਇੱਕ ਕਹਿੰਦੇ ਹੁੰਦੇ ਨਾ ਮਜ਼ੇ ਤਮਾਈਆ ਹੁਣ ਆਣਗੇ। 3 ਸਾਲ ਦਾ ਹੋ ਗਿਆ, 6 ਸਾਲ ਨੂੰ ਫਿਰ ਤੁਹਾਨੂੰ ਪੁੱਛਾਂਗੇ ਵੀ ਹੁਣ ਸੁਣਾਓ ਕੀ ਸੂਰਤ ਹਾਲ ਆ, हाँ, फिर वो- ਫਿਰ ਸਹੀ ਤਜਰਬਾ ਹੋਏਗਾ हाँ, जी। बिल्कुल सही बात है आपकी, बात ठीक है हाँ क्योंकि जी। अभी तो उनके दरमियान में गैप मौजूद है, हाँ जी। उनकी सही तरीके से वेंटिलेशन भी हो रही है, हाँ जी। वो स्प्रे प्रोग्राम भी सही चल रहा है, छाँव भी इतनी नहीं है, धूप भी सही तरीके से पड़ रही है। हाँ जी। अब 6 साल तक जब ये जाएंगे तब भी वही हम पे डिपेंड करेगा कि हम किस तरह से उनको मैनेज कर सकते हैं या नहीं कर सकते। जी। नहीं कर पाए तो जंगल बन जाएंगे, चलो। कर पाए तो इंशाल्लाह क्वालिटी का फ्रूट ਠੀਕ ਹੈ ਜੀ, ਬਹੁਤ ਸ਼ੁਕਰੀਆ। ਅੱਛਾ ਜੀ ਚੌਰ ਸਾਹਿਬ, ਤੁਸੀਂ ਕਿੰਨੇ ਲਾਏ ਆ ਬੂਟੇ ਜਿਹੜੇ ਇਸ ਵੇਲੇ ਲੱਗੇ ਆ ਏਕੜ 'ਚ? ਇਸ ਵੇਲੇ ਜੀ ਮੇਰੇ ਕੋਲ ਤਾਂ 25 ਪੌਦੇ ਏਕੜ ਦੇ ਵਿੱਚ ਵਾ, ਹਾਂਜੀ। ਤੇ ਜਿਹੜੇ ਮੈਂ ਅੱਗੇ ਨਵਾਂ ਕਾਸ਼ ਕਰ ਰਿਹਾ ਵਾਂ ਉਹਦੇ ਵਿੱਚ ਕੁਝ ਜ਼ਿਆਦਾ ਲਾ ਰਿਹਾ, ਯਾਨੀ ਉਹਦੇ 40 ਕਰ ਲਓ। 50 ਕਰ ਰਿਹਾ। ਚਲੋ 50 ਕਰ ਲੈ। ਗੋਡੀ ਕਿਹੜੇ ਮਹੀਨੇ ਕਰਾਣੀ ਹੁੰਦੀ ਇਹਨਾਂ ਦੀ? ਗੋਡੀ ਜੀ ਇਹਨਾਂ ਨੂੰ ਜਦੋਂ ਫਲ ਟੁੱਟ ਜਾਂਦਾ ਵਾ ਅਗਸਤ ਦੇ ਵਿੱਚ, ਹਾਂਜੀ। ਉਦੋਂ ਗੋਡੀ ਤੋਂ ਤਾਂ ਵੈਸੇ ਹੁਣ ਮਨਾ ਕਰਦੇ ਆ ਵੀ ਬਸ ਉਹਦੀ ਛਲਾਈ ਕਰੋ, ਤੇ ਛਲਾਈ ਕਰਕੇ ਖਾਦ ਛੱਡ ਦਿਓ। ਆਹ ਕਹਿੰਦੇ ਹੁਣ ਐਵੇਂ ਨਾ ਗੰਦ ਗੁੰਦੀ ਸਾਫ਼ ਹਾਂਜੀ, ਕਰੋ। ਗੰਦ ਸਾਫ਼ ਕਰੋ ਸਿਰਫ। ਠੀਕ ਹੈ ਜੀ। ਉਹ ਅਗਸਤ ਵਾਲੇ ਮਹੀਨੇ ਵਿੱਚ ਜਿਹਨੇ ਹਲਕੀ ਫੁਲਕੀ ਇੱਕ ਦਫਾ ਕਰਾਈ ਦੀ ਆ, ਤੇ ਫਿਰ ਉਹਨੂੰ ਖਾਦ ਦੇ ਦੇਈਦੀ ਆ। ਠੀਕ ਹੈ ਜੀ। ਹਾਂਜੀ। ਚਲੋ ਜੀ, ਬਹੁਤ ਸ਼ੁਕਰੀਆ। ਚੌਹਾਨ ਸਾਹਿਬ, ਜਾਂਦਿਆਂ ਜਾਂਦਿਆਂ ਤੁਸੀਂ ਵੀ ਹੁਣ ਨਾ ਜੀ ਨਿਚੋੜ ਦੱਸ ਦਿਓ ਸਾਨੂੰ। ਬਸ ਨਿਚੋੜ ਇਹੀ ਹੈ ਜੀ, ਆਸਾਨ ਪਲਾਂਟ ਹੈ, ਜ਼ਿਆਦਾ ਇਹਨੂੰ ਤੁਸੀਂ ਸੈਂਸਿਟਿਵ ਨਾ ਸਮਝੋ, ਜੀ। ਬਹੁਤ ਆਸਾਨੀ ਨਾਲ ਬੜਨ ਵਾਲਾ। ਅੱਛਾ ਚੌਹਾਨ ਸਾਹਿਬ, ਇੱਕ ਹੋਰ ਗੱਲ, ਸੋਰੀ, ਮੈਂ ਤਾਂ ਸ਼ੇਖੂਪੁਰੋਂ ਆਇਆ, ਉੱਥੇ ਵੀ ਹੋ ਸਕਦੇ ਅੰਬ? ਬਿਲਕੁਲ ਹੋ ਸਕਦੇ ਆ। ਲਾ ਲਈਏ। ਪਾਣੀ ਦੀ ਮੈਨੇਜਮੈਂਟ ਇਦਾਂ ਹੀ ਕਰ ਲਓ ਹਾਂਜੀ। ਤਾਂ ਤੁਹਾਡੀ ਫਰਟੀਲਾਈਜ਼ਰ ਵੀ ਬਚੇਗੀ, ਜੀ। ਤੁਹਾਡੇ ਪਲਾਂਟ ਵੀ ਹੈਲਥੀ ਰਹਿਣਗੇ, ਹਾਂਜੀ। ਤੁਹਾਡੇ ਜ਼ਹਿਰਾਂ ਬਚਣਗੀਆਂ, ਤੁਹਾਡੇ ਹਾਂਜੀ। ਸਪਰੇਜ਼ ਬਚਣਗੀਆਂ, ਹੋਰ ਕਈ ਕਾਸਟ ਬਚਣਗੀਆਂ। ਸਿਰਫ ਪਾਣੀ ਦੀ ਅਗਰ ਤਰਤੀਬ ਇੱਕ ਠੀਕ ਕਰ ਲਓ ਆਪਣੀ। ਅੱਛਾ, ਇੱਕ ਜ਼ਮੀਨੀ ਸਵਾਲ ਆ ਮੇਰਾ, ਜਿੱਦਾਂ ਚੌ ਸਾਹਿਬ ਨੇ ਫਰਮਾਇਆ ਵੀ ਉੱਥੇ ਤੁਹਾਡੇ ਥੱਲੇ ਜਿਹੜੇ ਜ਼ੇਰੇ ਜ਼ਮੀਨ ਪਾਣੀ ਦੀ ਸਤ੍ਹਾ ਵਾ, ਨਜ਼ਦੀਕ ਆ ਜ਼ਮੀਨ ਦੇ ਗੱਲਬਾਤ? ਪਹਿਲਾਂ ਤਾਂ ਜੀ 18 ਫੁੱਟ ਤੇ ਨਲਕਾ ਲੱਗਦਾ ਸੀ, ਹੁਣ ਤੇ ਸਾਡੇ 20-25 ਫੁੱਟ ਦਾ ਖੂਹ ਕੱਢਣਾ ਪੈਂਦਾ। ਅੱਛਾ, ਫਿਰ ਇਦਾਂ ਇਹ ਹਾਲ ਹੀ ਆ। ਹਾਂ। ਅੱਛਾ, ਇਹ ਦੱਸੋ ਵੀ ਜਿੱਥੇ ਪਾਣੀ ਦੀ ਜ਼ੇਰੇ ਜ਼ਮੀਨ ਸਤ੍ਹਾ ਨਜ਼ਦੀਕ ਆ, ਉੱਥੇ ਵੀ ਅਸੀਂ ਪੰਜਾਬ ਦੇ ਅਕਸਰ ਏਰੀਏ 'ਚ ਇਦਾਂ ਹੀ, ਔਰ ਉਹ ਪਾਣੀ ਨਾਕਾਬਲੇ ਇਸਤੇਮਾਲ ਵਾ? ਲੱਗ ਜਾਂਦਾ ਆਪਣੇ ਪੱਕੇ ਵਾਲੀ ਸਾਈਡ ਤੇ ਸਾਰਾ ਲੱਗਿਆ 10-9 ਅੱਛਾ, ਫੁੱਟ ਦਾ ਸੇਮ ਉਹ ਪਾਣੀ ਨੂੰ ਮਤਲਬ ਇਸ ਪੌਦੇ ਨੂੰ ਡਿਸਟਰਬ ਨਹੀਂ ਕਰੇਗਾ? ਕਰਦਾ। ਇਹਦੀ ਫੀਡਿੰਗ ਰੂਟ ਸਾਰੀਆਂ ਉੱਤੇ ਨੇ, ਜਿਹੜਾ ਕਿੱਲਾ ਥੱਲੇ ਜਾਂਦਾ ਜਿਹੜਾ ਵਧਦਾ ਉਹਦਾ ਚੁੱਕਦਾ। ਉਹ ਅਗਰ ਡਿਸਟਰਬ ਹੁੰਦਾ ਵੀ ਆ ਤਾਂ ਕੋਈ ਇੰਨਾ ਖਾਸ ਨਹੀਂ ਹੁੰਦਾ। ਸਹੀ ਸਹੀ। ਫੀਡਿੰਗ ਰੂਟ ਸਾਰੀਆਂ ਇਹਦੇ ਉੱਤੇ ਪਈਆਂ ਨੇ, ਉੱਤੇ ਅਗਰ 2 ਫੁੱਟ ਦੇ ਵਿੱਚ ਤੁਹਾਡੇ ਸੇਮ ਆ ਤਾਂ ਫਿਰ ਇਹਦੇ ਡਿਸਟਰਬ ਹੋਣ ਦੇ ਚਾਂਸ ਆ, ਸਹੀ ਸਹੀ। ਅਦਰਵਾਈਜ਼ ਨਹੀਂ। ਫਿਰ ਤਾਂ ਛੋਟੇ ਕਾਦੀਆਂ ਵੈਰਾਈਟੀਆਂ ਵੀ ਅਵੇਲੇਬਲ ਨੇ, ਵੈਰਾਈਟੀਆਂ ਉਸੇ ਹਿਸਾਬ ਨਾਲ ਤੁਸੀਂ ਸੈੱਟ ਕਰ ਲਓ ਆਪਣੀ, ਸੈੱਟ ਕਰ ਲਓ variety। ਜਿਨ੍ਹਾਂ ਦੀ ਜ਼ਿਆਦਾ। ਫਿਰ ਤੁਹਾਡੇ ਤੋਂ ਕਾਮਯਾਬ ਹੋਏਗਾ ਜੀ। ਇਨਸ਼ਾਅੱਲਾ ਚੱਲੇਗਾ ਸਰ, ਲਾਓ। ਜੀ ਠੀਕ ਹੈ, ਇਨਸ਼ਾਅੱਲਾ ਲਾਣੇ ਜੀ। ਚੌਹਾਨ ਸਾਹਿਬ, ਚੌਰ ਨਫੀਸ ਸਾਹਿਬ, ਫਿਆਜ਼ ਸਾਹਿਬ, ਤੇ ਇੱਧਰ ਨਾਲ ਖੜੇ ਨੇ ਸਾਡੇ ਜਨਾਬ ਅਸਮਾਨ ਅਹਿਮਦ ਸਾਹਿਬ। ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਪਿਆਰ, ਤੁਹਾਡੀ ਮੁਹੱਬਤ, ਤੁਹਾਡੀ ਮਹਿਮਾਨ ਨਵਾਜ਼ੀ, ਇਹ ਉਹਦਾ ਮੈਂ ਮਕਰੂਜ਼ ਹਾਂ ਔਰ ਮੁਹਤਰਫ ਹਾਂ। ਢੇਰ ਮੁਹੱਬਤਾਂ ਮਿਲੀਆਂ ਜੀ। ਮੈਂ ਦੂਜੇ ਦੋਸਤਾਂ ਨੂੰ ਜਿਨ੍ਹਾਂ ਨੇ ਅੱਜ ਤੱਕ ਰਹੀਮ ਯਾਰ ਖਾਨ ਨਹੀਂ ਦੇਖਿਆ, ਮੈਂ ਕਹਾਂਗਾ ਆਓ ਰਹੀਮ ਯਾਰ ਖਾਨ ਦੇ ਲੋਕ ਜਿਹੜੇ ਬਹੁਤ ਹੀ ਮੁਹੱਬਤਾਂ ਕਰਨ ਵਾਲੇ ਆ ਜੀ। ਹੱਸਦੇ ਰਹੋ ਤੇ ਵਸਦੇ ਰਹੋ, ਸ਼ਾਦ ਰਹੋ ਤੇ ਆਬਾਦ ਰਹੋ। ਅੱਲਾਹ ਤਾਲਾ ਆਸਾਨੀਆਂ ਅਤਾ ਕਰੇ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਕਰੇ। ਜਾਂਦੇ ਜਾਂਦੇ ਜੀ ਇੱਕ ਨਾਰਾ ਹੋ ਜਾਏ, ਪਾਕਿਸਤਾਨ ਜ਼ਿੰਦਾਬਾਦ।